ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਣ ਕੇ ਭਾਗ ਦੂਜਾ। ਯੁੱਧ ਦੌਰਾਨ ਕੰਮ ਵੱਧ ਜਾਂਦੇ ਹਨ, ਵਕਤ ਥੋੜ੍ਹਾ ਹੁੰਦਾ ਹੈ, ਸੋ ਕੰਮ ਨਿਪਟਾਉਣ ਲਈ ਬਿਮਾਰ ਵੀ ਠੀਕ ਹੋ ਜਾਂਦੇ ਹਨ। ਕਾਢ ਅਤੇ ਘਾੜਤ ਵਿੱਚ ਅੰਤਰ ਹੁੰਦਾ ਹੈ। ਕਾਢ ਵਿੱਚ ਕੋਈ ਵਿਚਾਰ, ਯੰਤਰ ਜਾਂ ਸੰਦ ਸਿਰਜਿਆ ਜਾਂਦਾ ਹੈ। ਘਾੜਤ ਉਸ ਨੂੰ ਕਹਿੰਦੇ ਹਨ ਜਦੋਂ ਉਪਜੇ ਹੋਏ ਸੰਦ ਜਾਂ ਯੰਤਰ ਦੀ ਨਵੇਂ ਉਦੇਸ਼ ਲਈ ਵਰਤੋਂ ਕੀਤੀ ਜਾਂਦੀ ਹੈ। ਵਾਸ਼ਿੰਗ ਮਸ਼ੀਨ ਕਾਢ ਹੈ, ਇਸ ਨੂੰ ਲੰਗਰ ਵਿੱਚ ਲੱਸੀ ਬਣਾਉਣ ਲਈ ਵਰਤਣਾ ਘਾੜਤ ਹੈ। ਅੰਤ ਸ਼ੀਸ਼ਾ ਉਹ ਵਿਖਾਉਣ ਲੱਗ ਪੈਂਦਾ ਹੈ ਜੋ ਅਸੀਂ ਵੇਖਣਾ ਨਹੀਂ ਚਾਹੁੰਦੇ। ਕਹਿਣ ਵਾਲੇ ਕਹੀ ਜਾਂਦੇ ਹਨ, ਸੁਣਨ ਵਾਲੇ ਦੁਹਰਾਈ ਜਾਂਦੇ ਹਨ ਕਿ ਭਾਰਤ ਦੀ ਸੱਭਿਅਤਾ ਮਹਾਨ ਹੈ, ਕਿਹੜੀ ਸੱਭਿਅਤਾ ਮਹਾਨ ਨਹੀਂ ਹੈ। ਵਿਸ਼ਵੀਕਰਨ ਦਾ ਅਰਥ ਇਹ ਵੀ ਹੈ ਕਿ ਜਦੋਂ ਅਤੇ ਜਿੱਥੇ ਸ਼ਾਂਤੀ ਭੰਗ ਹੋਵੇਗੀ, ਸਾਰੀ ਦੁਨੀਆ ਲਈ ਖਤਰਾ ਉਪਜੇਗਾ। ਦੁਸ਼ਮਣ ਨੂੰ ਜਵਾਬ ਨਾ ਦਿਓ, ਨਜ਼ਰ ਅੰਦਾਜ਼ ਕਰੋ। ਨਜ਼ਰ ਅੰਦਾਜ਼ ਕਰਨਾ ਵੀ ਜਵਾਬ ਹੁੰਦਾ ਹੈ, ਪਰ ਜੇ ਜਵਾਬ ਦੇਣਾ ਹੀ ਪਏ ਤਾਂ ਠੋਕ ਕੇ ਦਿਓ। ਅੰਤ ਨੂੰ ਸੱਚ ਜਿੱਤਦਾ ਹੈ ਦਾ ਅਰਥ ਇਹ ਨਹੀਂ ਕਿ ਸੱਚ ਦੀ ਜਿੱਤ ਹੁੰਦੀ ਹੈ, ਸਗੋਂ ਇਹ ਹੈ ਕਿ ਅੰਤ ਨੂੰ ਜੋ ਬਚੇਗਾ ਉਸ ਨੂੰ ਸੱਚ ਕਿਹਾ ਜਾਵੇਗਾ। ਕੱਲ੍ਹ ਤੁਸੀਂ ਮੈਨੂੰ ਯੂਨੀਵਰਸਿਟੀ ਵਿੱਚ ਲਾਇਬ੍ਰੇਰੀ ਦੇ ਬਾਹਰ ਮਿਲਣਾ, ਪਰ ਮੈਂ ਤੁਹਾਨੂੰ ਜਾਣਦਾ ਨਹੀਂ। ਮੈਂ ਤੁਹਾਨੂੰ ਪਛਾਣਾਂਗਾ ਕਿਵੇਂ? ਮੈਂ ਬੜੀ ਸੋਹਣੀ ਹਾਂ, ਪਛਾਣਨ ਵਿੱਚ ਕੋਈ ਭੁਲੇਖਾ ਨਹੀਂ ਲੱਗੇਗਾ। ਜੇਕਰ ਆਪਣੀ ਪਤਨੀ ਬਾਰੇ ਕੋਈ ਭੈੜੀ ਗੱਲ ਸੋਚੋ ਜਾਂ ਕੋਈ ਭੈੜਾ ਖਿਆਲ ਆਏ ਤਾਂ ਪਰੇਸ਼ਾਨ ਨਾ ਹੋਵੋ, ਕਿਉਂਕਿ ਪਤਨੀ ਨੂੰ ਵੀ ਪਤੀ ਬਾਰੇ ਅਕਸਰ ਬੜੇ ਭੈੜੇ ਖਿਆਲ ਆਉਂਦੇ ਰਹਿੰਦੇ ਹਨ। ਕੇਵਲ ਝੂਠੇ ਹੀ ਸੱਚ ਨੂੰ ਪਛਾਣ ਸਕਦੇ ਹਨ। ਨਰਕ ਦੇ ਰਸਤੇ ਤੇ ਬੋਰਡ ਲੱਗੇ ਹੋਣਗੇ, ਬਸ ਪਹੁੰਚਣ ਹੀ ਵਾਲੇ ਹੋ। ਹਰ ਕਿਸੇ ਨੂੰ ਸਿਆਣਪ ਵਿਖਾਉਣ ਵਾਂਗ ਮੂਰਖਤਾ ਵਿਖਾਉਣ ਦੇ ਵੀ ਅਵਸਰ ਮਿਲਦੇ ਹਨ। ਜਿਹੜੇ ਇਹਨਾਂ ਅਵਸਰਾਂ ਨੂੰ ਨਹੀਂ ਮਾਣਦੇ, ਉਹਨਾਂ ਦੀ ਆਦਤ ਬਣ ਜਾਂਦੀ ਹੈ ਕਿ ਉਹ ਸਿਆਣਪ ਵਿਖਾਉਣ ਵੇਲੇ ਮੂਰਖਤਾ ਵਿਖਾਉਣਗੇ, ਅਤੇ ਜਦੋਂ ਮੂਰਖਤਾ ਵਿਖਾਉਣਗੇ ਤਾਂ ਦੁੱਗਣੇ ਮੂਰਖ ਲੱਗਣਗੇ। ਮੂਰਖਾਂ ਦੀਆਂ ਪ੍ਰੇਮਿਕਾਵਾਂ ਹੋਰਾਂ ਦੀਆਂ ਪਤਨੀਆਂ ਬਣ ਜਾਂਦੀਆਂ ਹਨ। ਖੁਸ਼ੀ ਦੇ ਆਧਾਰ ਬੈਂਕ ਵਿੱਚ ਪੈਸਾ ਹੋਵੇ, ਰਸੋਈ ਚੱਲਦੀ ਹੋਵੇ, ਹਾਜ਼ਮਾ ਚੁਸਤ ਹੋਵੇ। ਅਸੀਂ ਸਾਰੇ ਕੁਝ ਨਾ ਕੁਝ ਹੁੰਦੇ ਹਾਂ, ਪਰ ਅਸੀਂ ਸਭ ਕੁਝ ਨਹੀਂ ਹੁੰਦੇ। ਸਫਲਤਾ ਬੰਦੇ ਵਿੱਚ ਹੁੰਦੀ ਹੈ, ਕੰਮ ਵਿੱਚ ਨਹੀਂ। ਕਈ ਨਿਸ਼ਾਨੇ ਇਤਨੇ ਸ਼ਾਹਾਨਾ ਹੁੰਦੇ ਹਨ ਕਿ ਉਹਨਾਂ ਵਿੱਚ ਅਸਫਲ ਹੋਣਾ ਵੀ ਸ਼ਾਨ ਦੀ ਗੱਲ ਹੁੰਦੀ ਹੈ। ਜਦੋਂ ਕਿਸੇ ਸੋਹਣੀ ਇਸਤਰੀ ਜਾਂ ਪੁਰਸ਼ ਨਾਲ ਪਿਆਰ ਹੋਇਆ ਹੋਵੇ ਤਾਂ ਅਜਿਹੇ ਪਿਆਰ ਦੇ ਟੁੱਟਣ ਦਾ ਵੀ ਮਾਣ ਹੀ ਨਹੀਂ, ਹੰਕਾਰ ਵੀ ਹੁੰਦਾ ਹੈ। ਨਫ਼ਰਤ ਨਹੀਂ ਉਪਜਦੀ, ਧੰਨਵਾਦ ਉਪਜਦਾ ਹੈ। ਅੱਜ ਇੱਕ ਹੀ ਹੁੰਦਾ ਹੈ, ਕੱਲ੍ਹ ਕਈ ਹੁੰਦੇ ਹਨ। ਸਾਰੇ ਕਾਰਜ ਸੌਖੇ ਹੋਣ ਤੋਂ ਪਹਿਲਾਂ ਔਖੇ ਅਤੇ ਕਈ ਅਸੰਭਵ ਵੀ ਹੁੰਦੇ ਹਨ। ਆਪਣੇ ਆਪ ਵਿੱਚ ਵਿਸ਼ਵਾਸ ਹੋਣ ਨਾਲ ਅਸੀਂ ਆਪਣੀ ਸਮਰੱਥਾ ਨਾਲੋਂ ਬਹੁਤ ਵੱਧ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਾਂ। ਬਹਾਨੇ ਲਾਉਣੇ ਬੰਦ ਕਰਨ ਨਾਲ ਹੀ ਕਾਰਗੁਜ਼ਾਰੀ ਸੁਧਰ ਜਾਂਦੀ ਹੈ। ਚੁਗਲੀਆਂ ਸੁਣਨੀਆਂ ਬੰਦ ਕਰ ਦਿਓ, ਇਸ ਨਾਲ ਹੀ ਤੁਹਾਡਾ ਢੇਰ ਸਮਾਂ ਬਚ ਜਾਵੇਗਾ। ਕੋਈ ਕਹਿ ਰਿਹਾ ਸੀ, ਜੇ ਸੋਹਣੀ ਲੜਕੀ ਨੂੰ ਹਸਾਓ ਤਾਂ ਉਹ ਪਿਆਰ ਕਰਨ ਲੱਗ ਪੈਂਦੀ ਹੈ। ਸੁਣਨ ਵਾਲੇ ਨੇ ਕਿਹਾ, ਮੇਰਾ ਤਜਰਬਾ ਹੈ ਕਿ ਜਦੋਂ ਕੋਈ ਸੋਹਣੀ ਲੜਕੀ ਹੱਸਦੀ ਹੈ ਤਾਂ ਉਸ ਨਾਲ ਮੈਨੂੰ ਪਿਆਰ ਹੋ ਜਾਂਦਾ ਹੈ। ਮਨੁੱਖ ਅਤੇ ਪ੍ਰਮਾਤਮਾ ਆਮੋ ਸਾਹਮਣੇ ਹੋਏ। ਦੋਹਾਂ ਨੇ ਵਾਰੀ-ਵਾਰੀ ਇੱਕ ਦੂਜੇ ਨੂੰ ਕਿਹਾ, ਤੁਸੀਂ ਹੀ ਮੇਰੇ ਸਿਰਜਣਹਾਰ ਹੋ। ਤੁਹਾਡੇ ਰਸਤੇ 'ਤੇ ਮੁਸ਼ਕਲਾਂ ਆਪ ਮੁਹਾਰੇ ਆਉਣਗੀਆਂ। ਇਹਨਾਂ ਦਾ ਉਦੇਸ਼ ਤੁਹਾਨੂੰ ਹਰਾਉਣਾ, ਕੁਚਲਣਾ, ਰੋਕਣਾ ਨਹੀਂ ਹੁੰਦਾ, ਸਗੋਂ ਤੁਹਾਡੀ ਸਮਰੱਥਾ ਅਤੇ ਹਿੰਮਤ ਨੂੰ ਵਧਾਉਣਾ ਹੁੰਦਾ ਹੈ। ਤੇਜ਼ ਤਾਂ ਪੁਰਾਣੇ ਰਸਤੇ 'ਤੇ ਹੀ ਚੱਲਿਆ ਜਾ ਸਕਦਾ ਹੈ, ਪਰ ਉਸ ਰਸਤੇ 'ਤੇ ਕੁਝ ਨਵਾਂ ਅਤੇ ਦਿਲਚਸਪ ਨਹੀਂ ਵਾਪਰਦਾ। ਜਿਹੜੇ ਬਹੁਤ ਮਹੱਤਵਪੂਰਨ ਰਹੇ ਹੋਣ ਜਾਂ ਜਿਹੜੇ ਆਪਣੇ ਆਪ ਨੂੰ ਬਹੁਤ ਮਹੱਤਵਪੂਰਨ ਸਮਝਣ, ਉਹਨਾਂ ਲਈ ਜੀਵਨ ਦੇ ਅੰਤਲੇ ਵਰ੍ਹੇ ਸਧਾਰਨ ਵਿਅਕਤੀਆਂ ਵੱਲੋਂ ਗੁਜ਼ਾਰਨੇ ਸੌਖੇ ਨਹੀਂ ਹੁੰਦੇ।
ਜਿਨ੍ਹਾਂ ਕੋਲ ਭਾਨ ਹੁੰਦੀ ਹੈ ਉਹ ਭਿੱਜ ਕੇ ਮੀਂਹ ਨੂੰ ਮਾਣਦੇ ਹਨ। ਨੋਟਾਂ ਵਾਲੇ ਸੁਰੱਖਿਅਤ ਥਾਂ ਨੂੰ ਲੱਭਦੇ ਹਨ। ਦੁਹਰਾਈ ਜਾਣਾ ਪੰਡਤਾਂ ਮੌਲਵੀਆਂ ਦਾ ਕੰਮ ਹੁੰਦਾ ਹੈ, ਮੌਲਿਕ ਬੰਦਿਆਂ ਦਾ ਨਹੀਂ। ਧਾਰਮਿਕ ਵਿਖਿਆਨ ਸਰੋਤਿਆਂ ਨੂੰ ਬੁੱਧੀਹੀਨ ਲਾਈ ਲੱਗ ਬਣਾਉਣ ਵੱਲ ਵਧੇਰੇ ਰੁਚਿਤ ਹੁੰਦਾ ਹੈ। ਸਿਆਸੀ ਭਾਸ਼ਣ ਝੂਠੇ ਵਾਅਦਿਆਂ ਦੀ ਸੂਚੀ ਹੁੰਦੀ ਹੈ। ਵਿਆਹੀ ਧੀ ਮਾਂ ਦਾ ਨਿਖੜਿਆ ਹਿੱਸਾ ਹੁੰਦੀ ਹੈ। ਚੁੱਪ ਰਹਿਣਾ ਵੀ ਕੁਝ ਮਹੱਤਵਪੂਰਨ ਬੋਲਣ ਕਹਿਣ ਦੀ ਇੱਕ ਜੁਗਤ ਹੁੰਦੀ ਹੈ। ਪ੍ਰੇਮੀ ਪ੍ਰੇਮਿਕਾ ਨੂੰ ਖਤ ਲਿਖ ਕੇ ਹਰ ਰੋਜ਼ ਹਰ ਵੇਲੇ ਜਵਾਬ ਉਡੀਕਣ ਦੀ ਪਰੇਸ਼ਾਨੀ ਅਤੇ ਮੁਸੀਬਤ ਸੇੜ ਲੈਂਦਾ ਹੈ। ਤਿਉਹਾਰ ਆਸ ਉਮੀਦ ਦੇ ਪ੍ਰਤੀਕ ਹੁੰਦੇ ਹਨ। ਇਹ ਮਿਲਣ ਦੇ ਮੌਕੇ ਹੁੰਦੇ ਹਨ। ਮੁਸਕਰਾਹਟ ਸੋਹਣੀ ਇਸਤਰੀ ਦਾ ਸੁਦਰਸ਼ਨ ਚੱਕਰ ਹੁੰਦੀ ਹੈ। ਜਿਨ੍ਹਾਂ ਨੇ ਸਭ ਤੋਂ ਨੇੜਿਓਂ ਆਉਣਾ ਹੁੰਦਾ ਹੈ ਉਹੀ ਦੇਰ ਨਾਲ ਆਉਂਦੇ ਹਨ। ਮਾਪਿਆਂ ਤੋਂ ਪਿਆਰ ਦੇ ਅਰਥ ਪਤਾ ਲੱਗਦੇ ਹਨ। ਭੈਣਾਂ ਭਰਾਵਾਂ ਤੋਂ ਰਿਸ਼ਤੇ ਦਾ ਨਿੱਘ ਮਿਲਦਾ ਹੈ। ਕਿਸੇ ਨਾਲ ਜੇ ਤੁਸੀਂ ਸਭ ਪ੍ਰਕਾਰ ਦੀ ਝਿਜਕ ਤੋਂ ਮੁਕਤ ਹੋ ਕੇ ਗੱਲ ਕਰ ਸਕੋ, ਹਰ ਗੱਲ ਕਰ ਸਕੋ, ਠੁਕਰਾਏ ਜਾਣ ਦੇ ਡਰ ਤੋਂ ਬਿਨਾਂ ਗੱਲ ਕਰ ਸਕੋ, ਇਸ ਨਾਲ ਮਾਨਸਿਕ ਹੀ ਨਹੀਂ ਸਰੀਰਕ ਰੋਗ ਵੀ ਦੂਰ ਹੁੰਦੇ ਹਨ। ਮਿਹਰਬਾਨੀਆਂ ਦੇ ਕਰਜ਼ ਤੋਂ ਧੰਨਵਾਦ ਕਰਕੇ ਮੁਕਤ ਹੋਣ ਦੀ ਥਾਂ ਧੰਨਵਾਦੀ ਬਣੇ ਰਹਿਣਾ ਵਧੇਰੇ ਢੁਕਵਾਂ ਵਿਹਾਰ ਹੁੰਦਾ ਹੈ। ਜਾਣਦੇ ਅਸੀਂ ਲਗਭਗ 500 ਨੂੰ ਹੁੰਦੇ ਹਾਂ, ਮਿਲਦੇ ਜੁਲਦੇ ਅਕਸਰ 50 ਕੁ ਨੂੰ ਹਾਂ, ਬਹੁਤਾ ਸਮਾਂ 5-6 ਨਾਲ ਗੁਜ਼ਾਰਦੇ ਹਾਂ। ਮਹੱਤਵਪੂਰਨ ਰਿਸ਼ਤੇ ਉਹ ਹੁੰਦੇ ਹਨ ਜਿਨ੍ਹਾਂ ਦਾ ਨਿਰੰਤਰ ਧਿਆਨ ਰੱਖਿਆ ਜਾਵੇ। ਇਹਨਾਂ ਦਾ ਧਿਆਨ ਰੱਖਣਾ ਸਾਡੇ ਨਿਤਨੇਮ ਵਿੱਚ ਸ਼ਾਮਲ ਹੁੰਦਾ ਹੈ। ਜਦੋਂ ਪਤੀ ਪਤਨੀ ਆਪਣੇ ਆਪ ਨੂੰ ਇੱਕ ਦੂਜੇ ਦੀ ਜ਼ਿੰਦਗੀ ਤੋਂ ਬਾਹਰ ਮਹਿਸੂਸ ਕਰਨ ਲੱਗ ਪੈਣ, ਉਦੋਂ ਵੱਖ ਹੋਣ ਬਾਰੇ ਸੋਚਣਾ ਆਰੰਭ ਹੋ ਚੁੱਕਾ ਹੁੰਦਾ ਹੈ। ਅਚੇਤ ਹੀ ਉਡੀਕ ਕਿਸੇ ਅਜਿਹੀ ਘਟਨਾ ਦੀ ਹੋ ਰਹੀ ਹੁੰਦੀ ਹੈ ਜਿਹੜੀ ਜੁੜੇ ਰਹਿਣ ਦੀ ਸਾਰੀ ਸੰਭਾਵਨਾ ਮੁਕਾ ਦੇਵੇ। ਘਰ ਵਿੱਚ ਕੰਧਾਂ ਨਾਲੋਂ ਵਧੇਰੇ ਬਾਰੀਆਂ ਹੋਣੀਆਂ ਚਾਹੀਦੀਆਂ ਹਨ। ਪਿਆਰ ਆਪ ਮੁਹਾਰੇ ਪੈ ਜਾਂਦਾ ਹੈ, ਪਰ ਨੇੜਤਾ ਉਸਾਰਨੀ ਪੈਂਦੀ ਹੈ। ਜੇ ਕਿਸੇ ਦੀ ਆਲੋਚਨਾ ਸੁਣਨ ਵਿੱਚ ਤੁਹਾਨੂੰ ਸਵਾਦ ਆਉਂਦਾ ਹੈ ਤਾਂ ਤੁਹਾਡੀ ਇਹ ਆਦਤ ਚੰਗੀ ਨਹੀਂ। ਕਿਸੇ ਦੀ ਮੁਸ਼ਕਿਲ ਨੂੰ ਵੇਖ ਕੇ ਪ੍ਰਸੰਨ ਹੋਣਾ ਇੱਕ ਰੋਗ ਹੈ। ਕਿਸੇ ਦੇ ਨੇੜੇ ਜਾਓ, ਪ੍ਰਤੀਕਰਮ ਵੇਖੋ, ਫੈਸਲਾ ਕਰੋ ਕਿ ਅੱਗੇ ਵਧਣਾ ਹੈ, ਰੁਕਣਾ ਹੈ, ਠਹਿਰਨਾ ਹੈ, ਪਿੱਛੇ ਮੁੜਨਾ ਹੈ। ਜਿਹੋ ਜਿਹਾ ਸੰਕੇਤ ਮਿਲੇ ਉਵੇਂ ਕਰੋ, ਤੁਹਾਨੂੰ ਪ੍ਰਵਾਨ ਕੀਤਾ ਜਾਵੇਗਾ। ਪਤੀ ਪਤਨੀ ਨੂੰ ਕਈ ਵਾਰ ਇੱਕ ਦੂਜੇ ਦੀ ਦੋਸਤੀ ਦੀ ਲੋੜ ਪੈਂਦੀ ਹੈ। ਇਸਤਰੀਆਂ ਆਪਣੇ ਤੇ ਹੱਸੇ ਜਾਣਾ ਪਸੰਦ ਨਹੀਂ ਕਰਦੀਆਂ, ਇਸ ਕਾਰਨ ਇਹ ਕਿਸੇ ਤੇ ਵੀ ਨਹੀਂ ਹੱਸਦੀਆਂ। ਇਸੇ ਕਰਕੇ ਇਸਤਰੀਆਂ ਕਾਰਟੂਨਿਸਟ ਨਹੀਂ ਹੁੰਦੀਆਂ। ਅਜੋਕੇ ਸੰਸਾਰ ਵਿੱਚ ਪਾਪੀਆਂ ਦੀਆਂ ਮੌਜਾਂ ਵਾਲਾ ਸਾਰਾ ਸਮਾਨ ਹੈ। ਜਿੱਥੇ ਤਨਖਾਹ ਘੱਟ ਹੁੰਦੀ ਹੈ ਉੱਥੇ ਵਕਤ ਸਿਰ ਵੀ ਨਹੀਂ ਮਿਲਦੀ, ਮਿਲਦੀ ਵੀ ਟੁੱਟਵੀਂ ਹੈ। ਤਨਖਾਹ ਮਿਲਣ ਦਾ ਅਹਿਸਾਸ ਹੀ ਨਹੀਂ ਹੁੰਦਾ। ਇਹ ਸਾਰੇ ਪੱਖ ਨਿਰਾਸ਼ਤਾ ਵਧਾਉਂਦੇ ਹਨ। ਜਦੋਂ ਇਨਸਾਫ ਦੇ ਬੂਹੇ ਬੰਦ ਹੋ ਜਾਂਦੇ ਹਨ ਤਾਂ ਬਗਾਵਤ ਦੇ ਗੇਟ ਖੁੱਲ੍ਹ ਜਾਂਦੇ ਹਨ। ਜਦੋਂ ਭਾਰਤ ਵਿੱਚ ਮਹਿਮੂਦ ਗਜ਼ਨੀ ਨੇ ਹਿੰਦੂ ਧਰਮ ਦੇ ਮੰਦਰ ਢਾਉਣੇ ਆਰੰਭ ਕੀਤੇ ਤਾਂ ਉਦੋਂ ਇਹ ਵਿਚਾਰ ਉਪਜਿਆ ਕਿ ਭਗਵਾਨ ਇਮਾਰਤਾਂ ਵਿੱਚ ਨਹੀਂ, ਮਨੁੱਖੀ ਹਿਰਦਿਆਂ ਵਿੱਚ ਕਣ-ਕਣ ਵਿੱਚ ਵਸਦਾ ਹੈ। ਆਪਣੇ ਆਪ ਨੂੰ ਪਵਿੱਤਰ ਦੱਸਣ ਸਮਝਣ ਵਾਲੇ ਬੜੇ ਨਿਰਦਈ ਹੁੰਦੇ ਹਨ। ਬ੍ਰਹਿਮੰਡ ਦੇ ਸੰਦਰਭ ਵਿੱਚ ਜੇ ਮਨੁੱਖ ਦੀ ਨਿਗੂਣੀ ਜਿਹੀ ਹਸਤੀ ਦੇ ਵੇਖੀਏ ਤਾਂ ਮਨੁੱਖ ਦੀਆਂ ਪ੍ਰਾਪਤੀਆਂ ਹੈਰਾਨ ਕਰਦੀਆਂ ਹਨ। ਨਰਕ ਤੇ ਸਵਰਗ ਮਨੁੱਖ ਦੀਆਂ ਕਾਢਾਂ ਹਨ। ਅਸਲੀ ਕਾਢ ਤਾਂ ਨਰਕ ਦੀ ਹੈ। ਸਵਰਗ ਤਾਂ ਇੱਧਰ ਉੱਧਰ ਦੀਆਂ ਗੱਲਾਂ ਜੋੜ ਕੇ ਬਣਾਇਆ ਗਿਆ ਹੈ। ਮਨੁੱਖ ਕੋਲ ਸਾਰੇ ਵੇਰਵੇ ਵੀ ਨਰਕ ਦੇ ਹੀ ਹਨ, ਸਵਰਗ ਦੇ ਵੇਰਵੇ ਕੋਈ ਨਹੀਂ। ਨਵੇਂ ਸ਼ਬਦ ਸਿੱਖਣ ਨਾਲ ਮਨੁੱਖ ਦੀ ਬੌਧਿਕ ਸ਼ਕਤੀ ਵੱਧਦੀ ਹੈ। ਇਸ ਲਈ ਸਿਆਣੇ ਲੋਕ ਉਮਰ ਦੇ ਹਰ ਪੜਾਅ ਤੇ ਡਿਕਸ਼ਨਰੀ ਨੇੜੇ ਰੱਖਦੇ ਹਨ। ਕਈ ਜੋੜਿਆਂ ਨੂੰ ਵੇਖ ਕੇ ਸੁਝਦਾ ਨਹੀਂ ਕਿ ਕਿਹੜਾ ਨੁਕਸ ਕੱਢੀਏ। ਜਿੱਥੇ ਪਿਆਰ ਗੈਰ ਹਾਜ਼ਰ ਹੋ ਜਾਵੇਗਾ
ਉੱਥੋਂ ਔਰਤ ਵੀ ਗੈਰ ਹਾਜ਼ਰ ਹੋ ਜਾਵੇਗੀ ਅਤੇ ਉਹ ਥਾਂ ਫੌਜੀ ਛਾਉਣੀ ਵਾਂਗ ਰੁੱਖੀ ਅਤੇ ਭੁੱਖੀ ਹੋ ਜਾਵੇਗੀ। ਜੇ ਅਮੀਰਾਂ ਦੇ ਬੱਚੇ ਮਹਿੰਗੇ ਸਕੂਲਾਂ ਵਿੱਚ ਨਾ ਪੜ੍ਹਨ, ਉਹ ਵਿਗੜਦੇ ਨਹੀਂ। ਕਈਆਂ ਨੂੰ ਗਲਤ ਕੰਮ ਕਰਨ ਦੀ ਬੜੀ ਜਾਂਚ ਹੁੰਦੀ ਹੈ। ਸੋਹਣੀਆਂ ਦੇ ਵਿਆਹ ਜਲਦੀ ਹੋ ਜਾਂਦੇ ਹਨ। ਇਸਤਰੀ ਨੂੰ ਆਪਣੇ ਔਰਤ ਹੋਣ ਦਾ ਸਭ ਤੋਂ ਡੂੰਘਾ ਅਤੇ ਵਿਸ਼ਾਲ ਅਨੁਭਵ ਗਰਭ ਦੌਰਾਨ ਹੁੰਦਾ ਹੈ। ਤਾਰਾ ਵਿਗਿਆਨੀਆਂ ਅਤੇ ਗਣਿਤ ਸ਼ਾਸਤਰੀਆਂ ਦਾ ਵਾਹ ਅਨੰਤ ਨਾਲ ਪੈਂਦਾ ਹੈ, ਜਿਸ ਕਾਰਨ ਇਹ ਨਿੱਕੀਆਂ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪੈਂਦੇ। ਗਾਹਕ ਬਹੁਤ ਹਨ, ਪਰ ਪ੍ਰਸੰਨਤਾ ਕਿਧਰੇ ਵਿਕਦੀ ਨਹੀਂ। ਕਿਸੇ ਵੱਡੇ ਮੌਕੇ 'ਤੇ ਅਸੀਂ ਕਿਵੇਂ ਵਿਹਾਰ ਕਰਦੇ ਹਾਂ, ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਕੀ ਹਾਂ ਅਤੇ ਸਾਡੇ ਅਨੁਸ਼ਾਸਨ ਦੀ ਪੱਧਰ ਕੀ ਹੈ। ਜੋ ਸਹੀ ਹੁੰਦਾ ਹੈ, ਉਸ ਨੂੰ ਕਰਨਾ ਚੰਗਾ ਲੱਗਣ ਲੱਗ ਪੈਂਦਾ ਹੈ। ਕਿਸੇ ਦੇ ਵਿਚਾਰ ਜਾਣਨ ਲਈ ਉਸ ਦੇ ਕਾਰਜ ਵੇਖੋ। ਸੋਚ ਅਤੇ ਕਾਰਜ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ। ਜਿਤਨੇ ਵਧੇਰੇ ਰੁੱਝੇ ਹੋਵੋਗੇ, ਵਿਹਲ ਉਤਨੀ ਮੁੱਲਵਾਨ ਹੋਵੇਗੀ। ਫੈਸਲਾ ਧਿਆਨ ਨਾਲ, ਕਾਰਜ ਦ੍ਰਿੜਤਾ ਨਾਲ, ਨਤੀਜਾ ਸਿੱਟਾ ਨਿਮਰਤਾ ਨਾਲ, ਸਹਿਣ ਅਤੇ ਵਿਰੋਧ ਸਲੀਕੇ ਨਾਲ ਕਰਨ ਦੀ ਲੋੜ ਹੁੰਦੀ ਹੈ। ਮੁੱਲ ਉਹਨਾਂ ਦਾ ਹੀ ਪੈਂਦਾ ਹੈ ਜਿਨ੍ਹਾਂ ਦਾ ਮੁੱਲ ਹੁੰਦਾ ਹੈ। ਸੰਕਟ ਦੇ ਅਰਥ ਪਰਖਣ ਤੋਂ ਹਨ। ਸੰਕਟ ਤੋਂ ਬਿਨਾਂ ਪਤਾ ਨਹੀਂ ਲੱਗਦਾ ਕਿ ਮੈਂ ਇਮਾਨਦਾਰ ਹਾਂ ਕਿ ਬੇਈਮਾਨ, ਚੁਸਤ ਹਾਂ ਕਿ ਕੰਮਚੋਰ, ਬਹਾਦਰ ਹਾਂ ਕਿ ਡਰਪੋਕ, ਸਿਆਣਾ ਹਾਂ ਕਿ ਮੂਰਖ। ਪ੍ਰਭਾਵ ਚੰਗਿਆਂ ਦਾ ਹੀ ਨਹੀਂ ਪੈਂਦਾ, ਪ੍ਰਭਾਵ ਭੈੜੇ ਵੀ ਪਾਉਂਦੇ ਹਨ। ਭੈੜਾ ਪ੍ਰਭਾਵ। ਇਸ਼ਤਿਹਾਰਬਾਜ਼ੀ ਤੋਂ ਬਿਨਾਂ ਵੱਡੇ ਵਪਾਰ ਨਹੀਂ ਚੱਲਦੇ। ਵੱਡੇ ਵਪਾਰ ਇਸ਼ਤਿਹਾਰਬਾਜ਼ੀ ਨਾਲ ਹੋਰ ਵੱਡੇ ਹੋ ਜਾਂਦੇ ਹਨ। ਕਰਜ਼ਾ ਲੈਣ ਵਾਲਾ ਆਪਣੇ ਹੀ ਜਾਲ ਵਿੱਚ ਫਸ ਜਾਂਦਾ ਹੈ। ਕਿਸੇ ਨੂੰ ਮਿਲੋ, ਸਾਫ਼ ਸੁਥਰੇ ਹੋ ਕੇ, ਤਿਆਰ ਹੋ ਕੇ ਮਿਲੋ। ਅਜਿਹਾ ਵਿਹਾਰ ਸਤਿਕਾਰ ਦੇਣ ਅਤੇ ਸਤਿਕਾਰ ਕਮਾਉਣ ਦੀ ਭਾਵਨਾ ਜਗਾਉਂਦਾ ਹੈ। ਸਭ ਤੋਂ ਵੱਧ ਅੰਧ ਵਿਸ਼ਵਾਸੀ ਕਿਸਾਨ, ਮਾਵਾਂ ਅਤੇ ਵਪਾਰੀ ਹੁੰਦੇ ਹਨ। ਉਪਦੇਸ਼ ਸੰਖੇਪ ਹੀ ਚੰਗੇ ਲੱਗਦੇ ਹਨ। ਜੇ 30 ਸਾਲ ਦੀ ਉਮਰ ਤੱਕ ਪੁਸਤਕਾਂ ਪੜ੍ਹਨ ਦੀ ਆਦਤ ਨਹੀਂ ਪਈ ਤਾਂ ਮਗਰੋਂ ਪੈਣ ਦੀ ਅਕਸਰ ਸੰਭਾਵਨਾ ਨਹੀਂ ਹੁੰਦੀ। ਸਾਰੇ ਬਹਾਦਰ ਵਿਅਕਤੀ ਪ੍ਰੇਮੀ ਹੁੰਦੇ ਹਨ। ਬਹਾਦਰੀ ਪ੍ਰੇਮ ਦਾ ਲੱਛਣ ਹੈ। ਉਹ ਕਿਸੇ ਦਾ ਪਿਆਰ ਜਿੱਤਣ ਲਈ ਬਹਾਦਰੀ ਵਿਖਾਉਂਦੇ ਹਨ ਅਤੇ ਸੋਹਣੀਆਂ ਇਸਤਰੀਆਂ ਉਹਨਾਂ ਦੀ ਬਹਾਦਰੀ ਦੀ ਦਾਦ ਉਹਨਾਂ ਨੂੰ ਪਿਆਰ ਕਰਕੇ ਦਿੰਦੀਆਂ ਹਨ। ਅਰਦਾਸ ਜਿਤਨੀ ਸੰਖੇਪ ਹੋਵੇਗੀ, ਉਤਨੀ ਵਧੇਰੇ ਸੁਹਿਰਦ ਹੋਵੇਗੀ। ਨਖਰੇਲੋ ਪਿਆਰ ਦਾ ਨਾਟਕ ਰਚਦੀ ਹੈ, ਬਾਂਕੇ ਪੁਰਸ਼ਾਂ ਨੂੰ ਖਿੱਚ ਪਾਉਂਦੀ ਹੈ। ਉਸਦੇ ਪਰਵਾਨੇ ਅਤੇ ਦੀਵਾਨੇ ਕਈ ਹੁੰਦੇ ਹਨ, ਪਰ ਪਤੀ ਕੋਈ ਨਹੀਂ ਹੁੰਦਾ। ਅਪਰਾਧ ਉਪਰੰਤ ਫੜੇ ਜਾਣ ਦਾ ਡਰ ਵੀ ਸਜ਼ਾ ਹੁੰਦੀ ਹੈ। ਜਦੋਂ ਨਖਰੇਲੋ ਨੂੰ ਵੀ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਉਸਦੇ ਸਾਰੇ ਨਖਰੇ ਜਾਂਦੇ ਰਹਿੰਦੇ ਹਨ। ਜਿੱਥੇ ਰੋਸ਼ਨੀ ਵਧੇਰੇ ਹੋਵੇਗੀ, ਉੱਥੇ ਮਗਰੋਂ ਹਨੇਰਾ ਸੰਘਣਾ ਹੋਵੇਗਾ। ਜੇ ਸੁਣਨ ਦੀ ਜਾਂਚ ਹੋਵੇ ਤਾਂ ਭੈੜੇ ਬੰਦਿਆਂ ਦੀ ਬੋਲਬਾਣੀ ਤੋਂ ਵੀ ਬੜਾ ਕੁਝ ਸਿੱਖਿਆ ਜਾ ਸਕਦਾ ਹੈ। ਭੈੜੇ ਬੰਦੇ ਸਾਨੂੰ ਸਿਖਾਉਂਦੇ ਹਨ ਕਿ ਸਾਨੂੰ ਕੀ ਅਤੇ ਕਿਵੇਂ ਨਹੀਂ ਬੋਲਣਾ ਚਾਹੀਦਾ। ਜਿਉਂ-ਜਿਉਂ ਪਿਤਾ ਬਜ਼ੁਰਗ ਹੁੰਦਾ ਜਾਂਦਾ ਹੈ, ਉਸਨੂੰ ਧੀ ਵਧੇਰੇ ਪਿਆਰੀ ਲੱਗਣ ਲੱਗ ਪੈਂਦੀ ਹੈ। ਜਿਉਂ-ਜਿਉਂ ਮਾਂ ਵੱਡੀ ਹੁੰਦੀ ਜਾਂਦੀ ਹੈ, ਤਿਉਂ-ਤਿਉਂ ਉਹ ਚਾਹੁੰਦੀ ਹੈ ਕਿ ਉਸਦਾ ਪੁੱਤਰ ਉਸਦੇ ਨੇੜੇ ਰਹੇ। ਰਿਵਾਜ ਪੁਰਾਣਾ ਹੀ ਹੋ ਸਕਦਾ ਹੈ। ਸਰੀਰਕ ਕਵਿਤਾ ਨੂੰ ਨਾਚ ਕਹਿੰਦੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਬੇਈਮਾਨ ਆਦਮੀ ਕਿਸੇ ਇਮਾਨਦਾਰ ਨਾਲ ਅੱਖ ਨਹੀਂ ਮਿਲਾ ਸਕਦਾ, ਪਰ ਬੇਈਮਾਨੀ ਇਤਨੀ ਵਿਆਪਕ ਹੋ ਗਈ ਹੈ ਕਿ ਬੇਈਮਾਨ ਹੁਣ ਇਮਾਨਦਾਰਾਂ ਨੂੰ ਅੱਖਾਂ ਵਿਖਾਉਣ ਲੱਗ ਪਏ ਹਨ ਅਤੇ ਇਮਾਨਦਾਰ ਆਪਣੀਆਂ ਅੱਖਾਂ ਨੀਵੀਆਂ ਕਰ ਲੈਂਦੇ ਹਨ। ਇਕੱਲੇ ਹੋ, ਇਹ ਨਾ ਸੋਚੋ ਕਿ ਤੁਸੀਂ ਇਕੱਲੇ ਹੋ। ਸੋਚੋ ਤੁਸੀਂ ਹੋਰਾਂ ਨਾਲੋਂ ਕਿਤਨੇ ਵੱਖਰੇ ਹੋ। ਵੱਖਰੇ ਹੋਣ ਕਰਕੇ ਹੀ ਤੁਸੀਂ ਇਕੱਲੇ ਹੋ। ਅੱਖ ਮਾਰਨ ਦਾ ਰਿਵਾਜ ਹਰੇਕ ਥਾਂ ਹੈ। ਇਹ ਨਿਰਸ਼ਬਦ ਗੁਪਤ ਭਾਸ਼ਾ ਹੁੰਦੀ ਹੈ। ਪ੍ਰਸੰਨ ਹੋ ਕੇ ਖਾਧਾ ਖਾਣਾ ਜਲਦੀ ਹਜ਼ਮ ਹੁੰਦਾ ਹੈ। ਭੜਕੀਲੇ ਕੱਪੜਿਆਂ ਨਾਲ ਸੁੰਦਰਤਾ ਨਹੀਂ ਵੱਧਦੀ। ਹੋਛਾਪਨ ਅਤੇ ਨੁਕਸ ਵਧੇਰੇ ਚਮਕਣ ਲੱਗ ਪੈਂਦੇ ਹਨ। ਸੰਜਮ ਆਮਦਨ ਦਾ ਇੱਕ ਹੋਰ ਸਰੋਤ ਹੁੰਦਾ ਹੈ। ਜਿਸ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ, ਉਸ ਦੀ ਨਕਲ ਵੀ ਕੀਤੀ ਜਾਂਦੀ ਹੈ। ਕਿਸੇ ਦੇਸ਼ ਦੀ ਰੱਖਿਆ ਉਸ ਦੀ ਫੌਜ ਹੀ ਨਹੀਂ, ਉਸ ਦੇਸ਼ ਦੀ ਸਿੱਖਿਆ ਪ੍ਰਣਾਲੀ ਅਤੇ ਜੀਵਨ ਜਾਂਚ ਵੀ ਕਰਦੀ ਹੈ।
ਕੇਵਲ ਆਸ ਦੇ ਸਹਾਰੇ ਜਿਉਣ ਵਾਲਾ ਨਿਰਾਸ਼ਤਾ ਕਾਰਨ ਜਲਦੀ ਮਰ ਜਾਂਦਾ ਹੈ। ਲਾਪਰਵਾਹੀ ਨਾਲ ਪਾਏ ਕੱਪੜੇ ਸ਼ਖਸੀਅਤ ਦੀਆਂ ਝੁਰੜੀਆਂ ਉਘਾੜਦੇ ਹਨ। ਸਾਡੀਆਂ ਮੂਰਖਤਾਵਾਂ, ਅਸਫਲਤਾਵਾਂ, ਨਿਰਾਸ਼ਤਾਵਾਂ ਮਗਰੋਂ ਸਾਡੇ ਤਜਰਬੇ ਅਤੇ ਅਨੁਭਵ ਅਖਵਾਉਂਦੀਆਂ ਹਨ। ਜੇ ਦ੍ਰਿੜਤਾ ਨਾਲ ਕੰਮ ਚੱਲਦਾ ਹੋਵੇ ਤਾਂ ਸਖਤੀ ਨਹੀਂ ਕਰਨੀ ਚਾਹੀਦੀ। ਪ੍ਰੇਮੀ ਪ੍ਰੇਮਿਕਾ ਦੀ ਪ੍ਰਸ਼ੰਸਾ ਅਤੇ ਉਸ ਦਾ ਗੁਣਗਾਨ ਹੀ ਕਰਦਾ ਹੈ। ਚਾਪਲੂਸੀ ਦੀ ਲੋੜ ਨਜਾਇਜ਼ ਰਿਸ਼ਤੇ ਵਿੱਚ ਪੈਂਦੀ ਹੈ। ਪੈਸਿਆਂ ਦੀ ਸੌਖੀ ਪ੍ਰਾਪਤੀ ਨਾਲ ਪੈਸਿਆਂ ਦੀ ਦੁਰਵਰਤੋਂ ਕਰਨੀ ਹੋਣੀ ਲਾਜ਼ਮੀ ਹੁੰਦੀ ਹੈ। ਸੌਖੀ ਜਿੱਤ ਨਾਲ ਜਿੱਤ ਦੀ ਦੁਰਵਰਤੋਂ ਆਰੰਭ ਹੋ ਜਾਂਦੀ ਹੈ। ਕੁਝ ਨਵਾਂ ਸਿੱਖਦੇ, ਸੁਣਦੇ, ਦੱਸਦੇ ਰਹੋਗੇ, ਜਵਾਨ ਰਹੋਗੇ। ਬਹੁਤ ਸੋਚਣ ਨਾਲ ਠੀਕ ਫੈਸਲਾ ਕਰਨ ਦੀ ਹਿੰਮਤ ਕਮਜ਼ੋਰ ਪੈ ਜਾਂਦੀ ਹੈ ਅਤੇ ਗਲਤ ਫੈਸਲਾ ਕਰਨ ਦੀ ਸੰਭਾਵਨਾ ਵੱਧ ਜਾਂਦੀ ਹੈ। ਭੁੱਲਣ ਦੀ ਸ਼ਕਤੀ ਮਨੁੱਖ ਦੀ ਤੰਦਰੁਸਤੀ ਵਿੱਚ ਸਹਾਇਕ ਹੁੰਦੀ ਹੈ। ਮੋਹ ਪਿਆਰ ਦੇ ਰਿਸ਼ਤੇ ਚੋਹਲ ਮੋਹਲ ਨਾਲ ਜਵਾਨ ਰਹਿੰਦੇ ਹਨ। ਹੋਰਾਂ ਤੇ ਵਿਸ਼ਵਾਸ ਕਰੋ ਪਰ ਸੁਚੇਤ ਰਹੋ। ਵਿਹਲੇ ਰਹਿਣ ਨਾਲ ਕੰਮ ਕਰਨ ਨਾਲੋਂ ਵਧੇਰੇ ਥਕਾਵਟ ਹੁੰਦੀ ਹੈ। ਆਪਣੀ ਪਸੰਦ ਦਾ ਕੰਮ ਕਰਨਾ ਮਨੋਰੰਜਨ ਦੀ ਹੀ ਇੱਕ ਕਿਸਮ ਹੁੰਦੀ ਹੈ। ਇਸ ਵਿੱਚ ਆਰਾਮ ਦੀ ਲੋੜ ਨਹੀਂ ਪੈਂਦੀ। ਝੀਲ ਵਾਂਗ ਡੂੰਘਾ ਹੋ ਕੇ ਮਨੁੱਖ ਸ਼ਾਂਤ ਹੋ ਜਾਂਦਾ ਹੈ। ਬੰਦੇ ਦੀ ਹਉਮੈ ਨੂੰ ਸ਼ਰਮ ਨਹੀਂ ਆਉਂਦੀ। ਜ਼ਿੰਦਗੀ ਦਾ ਕੇਂਦਰ ਕੋਈ ਨਹੀਂ, ਪਰ ਜ਼ਿੰਦਗੀ ਲਾਟੂ ਵਾਂਗ ਘੁੰਮਦੀ ਰਹਿੰਦੀ ਹੈ ਅਤੇ ਹਰ ਕਿਸੇ ਨੂੰ ਘੁਮਾਉਂਦੀ ਰਹਿੰਦੀ ਹੈ। ਹੁਸਨ ਦੁਆਲੇ ਸਮਾਜ ਦੀਆਂ ਨਜ਼ਰਾਂ ਦਾ ਪਹਿਰਾ ਹੁੰਦਾ ਹੈ। ਸਨੇਹ ਵਿਹੂਣੇ ਘਰ ਅਤੇ ਨੇਮ ਵਿਹੂਣੇ ਸਕੂਲ ਮੁਜਰਿਮ ਉਪਜਾਉਂਦੇ ਹਨ। ਬੰਦੇ ਦੀ ਮੈਂ ਉਸਨੂੰ ਆਪਣੇ ਤੱਕ ਪਹੁੰਚਣ ਹੀ ਨਹੀਂ ਦਿੰਦੀ। ਇਸੇ ਕਾਰਨ ਬੰਦਾ ਸਾਰੀ ਜ਼ਿੰਦਗੀ ਓਪਰਾ ਅਤੇ ਬੇਗਾਨਾ ਬਣਿਆ ਰਹਿੰਦਾ ਹੈ। ਜਦੋਂ ਕਿਸੇ ਸਿਧਾਂਤ, ਲਹਿਰ ਜਾਂ ਅੰਦੋਲਨ ਕਾਰਨ ਕਵੀ ਦੀ ਸੁਰ ਬਹੁਤ ਉੱਚੀ ਹੋ ਜਾਵੇ ਤਾਂ ਉਸ ਦੀ ਕਵਿਤਾ ਨੀਵੀਂ ਹੋ ਜਾਂਦੀ ਹੈ। ਕਿਸੇ ਦੀ ਜਿਹੜੀ ਗੱਲ ਸਾਨੂੰ ਪ੍ਰਭਾਵਿਤ ਕਰਦੀ ਹੈ, ਹੋਰਾਂ ਨੂੰ ਉਹ ਅਸੀਂ ਆਪਣੀ ਬਣਾ ਕੇ ਸੁਣਾਉਂਦੇ ਹਾਂ। ਦੁਨੀਆ ਕਿਹੋ ਜਿਹੀ ਹੈ, ਕਿਹੋ ਜਿਹੀ ਹੋਣੀ ਚਾਹੀਦੀ ਹੈ, ਦੋਹਾਂ ਵਿੱਚ ਫਾਸਲਾ ਬਹੁਤ ਹੈ। ਹਰੇਕ ਵਿਅਕਤੀ ਇਸ ਫਾਸਲੇ ਵਿੱਚ ਵਿਚਰਦਾ ਭਟਕਦਾ ਹੈ। ਆਦਮ ਦਾ ਸਵਰਗ ਉਸ ਦਾ ਘਰ ਸੀ, ਇਸੇ ਲਈ ਘਰ ਨੂੰ ਸਵਰਗ ਕਹਿੰਦੇ ਹਨ। ਕੁਦਰਤ ਵਿੱਚ ਕੁਝ ਵੀ ਫਾਲਤੂ ਜਾਂ ਅਰਥਹੀਨ ਨਹੀਂ। ਜਿਸ ਨੂੰ ਅਸੀਂ ਫਾਲਤੂ ਸਮਝਦੇ ਹਾਂ, ਉਸ ਨੂੰ ਅਸੀਂ ਸਮਝਿਆ ਨਹੀਂ ਹੁੰਦਾ। ਭੋਲੇਪਨ ਨੂੰ ਪਿਆਰ ਕੀਤਾ ਜਾਂਦਾ ਹੈ, ਤਜਰਬੇ ਤੋਂ ਲਾਭ ਉਠਾਇਆ ਜਾਂਦਾ ਹੈ, ਅਕਲ ਦਾ ਸਤਿਕਾਰ ਹੁੰਦਾ ਹੈ। ਖਿੱਚਣ ਨਾਲ ਰਿਸ਼ਤਾ ਟੁੱਟ ਜਾਂਦਾ ਹੈ, ਢਿੱਲ ਕਾਰਨ ਤਸੱਲੀ ਮੁੱਕ ਜਾਂਦੀ ਹੈ। ਇੱਕ ਵਿਅਕਤੀ ਦੀ ਕਮੀਜ਼ ਤੇ ਅਗਲੇ ਪਾਸੇ ਛਪਿਆ ਸੀ, ਕੋਈ ਪ੍ਰੇਮਿਕਾ ਨਹੀਂ, ਕੋਈ ਪਰੇਸ਼ਾਨੀ ਨਹੀਂ। ਔਰਤਾਂ ਦੇ ਔਰਤਾਂ ਨਾਲ ਹੋਣ ਜਾਂ ਪੁਰਸ਼ਾਂ ਦੇ ਪੁਰਸ਼ਾਂ ਨਾਲ ਹੋਣ ਵਿੱਚ ਕੋਈ ਮੁਸ਼ਕਿਲ ਨਹੀਂ ਹੁੰਦੀ, ਪਰ ਔਰਤਾਂ ਪੁਰਸ਼ਾਂ ਦਾ ਇੱਕ ਦੂਜੇ ਨਾਲ ਹੋਣਾ ਦਿਲਚਸਪ ਹੁੰਦਾ ਹੈ। ਇਸਤਰੀਆਂ ਟਿੱਪਣੀਆਂ ਕਰਦੀਆਂ ਹਨ, ਪੁਰਸ਼ ਮੁਲਾਂਕਣ ਕਰਦੇ ਹਨ। ਵਿਉਂਤ ਬਣਾ ਕੇ ਪਿਆਰ ਨਹੀਂ, ਵਪਾਰ ਹੀ ਕੀਤਾ ਜਾ ਸਕਦਾ ਹੈ। ਯੁੱਧ ਦੌਰਾਨ ਕਾਨੂੰਨ ਚੁੱਪ ਕਰ ਜਾਂਦੇ ਹਨ। ਕੁਝ ਕਰਦੇ ਪਹਿਲਾਂ ਹਨ, ਸੋਚਦੇ ਮਗਰੋਂ ਹਨ, ਪਛਤਾਉਂਦੇ ਹਮੇਸ਼ਾ ਹਨ। ਜੇ ਤੁਹਾਨੂੰ ਕੋਈ ਪਿਆਰ ਨਹੀਂ ਕਰਦਾ ਤਾਂ ਨੁਕਸ ਤੁਹਾਡੇ ਵਿੱਚ ਹੈ। ਮਾਂ ਬੋਲੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਸਿੱਖੋਗੇ, ਤੁਹਾਡਾ ਹੌਸਲਾ ਅਤੇ ਸਮਰੱਥਾ ਦੋਵੇਂ ਵੱਧ ਜਾਣਗੇ। ਮਾਂ ਬੋਲੀ ਵਿੱਚ ਜਿਤਨੀ ਵਧੇਰੇ ਮੁਹਾਰਤ ਹੋਵੇਗੀ, ਨਵੀਂ ਭਾਸ਼ਾ ਸਿੱਖਣੀ ਉਤਨੀ ਸੌਖੀ ਹੋਵੇਗੀ। ਪਤੀ ਪਤਨੀ ਦੇ ਹਰੇਕ ਝਗੜੇ ਦੇ 3 ਪੱਖ ਹੁੰਦੇ ਹਨ: ਪਤੀ ਦਾ ਪੱਖ, ਪਤਨੀ ਦਾ ਪੱਖ ਅਤੇ ਸੱਚਾਈ ਵਾਲਾ ਪੱਖ। ਜਿਨ੍ਹਾਂ ਚੀਜ਼ਾਂ ਦਾ ਸਾਨੂੰ ਪਤਾ ਹੀ ਨਹੀਂ, ਉਹ ਸਾਨੂੰ ਨਾ ਪਰੇਸ਼ਾਨ ਕਰ ਸਕਦੀਆਂ ਹਨ, ਨਾ ਭ੍ਰਿਸ਼ਟ ਕਰਦੀਆਂ ਹਨ। ਜੇ ਭਾਂਡੇ ਸੋਹਣੇ ਹੋਣ ਤਾਂ ਰਿੰਨ੍ਹਣਾ ਅਤੇ ਖੁਆਉਣਾ ਵਧੇਰੇ ਤਸੱਲੀ ਦਿੰਦਾ ਹੈ।
ਜਦੋਂ ਕੋਈ ਲੇਖਕ ਪ੍ਰਸਿੱਧ ਹੋ ਜਾਂਦਾ ਹੈ ਤਾਂ ਪਾਠਕ ਉਸ ਦੀਆਂ ਉਹ ਰਚਨਾਵਾਂ ਵੀ ਪੜ੍ਹਨੀਆਂ ਚਾਹੁੰਦੇ ਹਨ ਜਿਨ੍ਹਾਂ ਨੂੰ ਮੁੱਢ ਵਿੱਚ ਕੋਈ ਵੀ ਪ੍ਰਕਾਸ਼ਕ ਛਾਪਣ ਲਈ ਤਿਆਰ ਨਹੀਂ ਸੀ। ਸਕੂਲ ਵਿੱਚ ਪੜ੍ਹਦਿਆਂ ਇਕੱਲੇ ਹੋਣ ਦਾ ਅਹਿਸਾਸ ਨਹੀਂ ਹੁੰਦਾ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।